ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਇਲੈਕਸ਼ਨ ਹੋ ਰਹੀਆਂ ਨੇ, ਚੋਣਾਂ ਹੋ ਰਹੀਆਂ ਨੇ, ਹੁਣ ਤੇ ਸਿਰਫ ਕੁਝ ਦਿਨਾਂ ਦਾ ਸਮਾਂ ਰਹਿ ਗਿਆ। ਚੋਣ ਦੰਗਲ ਦੇ ਵਿੱਚ ਇੱਕ ਵਾਰੀ ਤੁਹਾਡਾ ਫਿਰ ਸਵਾਗਤ ਕਰਦੇ ਹੋਏ ਆਓ ਸਰੀ ਪੈਨੋਰਾਮਾ ਤੋਂ ਐਨਡੀਪੀ ਪਾਰਟੀ ਤੋਂ ਚੋਣ ਮੈਦਾਨ ਵਿੱਚ ਦੁਬਾਰਾ ਫਿਰ ਤੋਂ ਨਿਤਰੇ ਜਿਨੀ ਸਿਮਸੂਰਾ ਦੇ ਨਾਲ ਗੱਲਬਾਤ ਕਰੀਏ ਕਿ ਦੁਬਾਰਾ ਚੋਣ ਮੈਦਾਨ ਵਿੱਚ ਨੇ। ਉਹਨਾਂ ਦੇ ਬਹੁਤ ਸਾਰੇ ਸਵਾਲ ਤੁਹਾਡੇ ਪ੍ਰਤੀ ਹੋਣਗੇ ਤੇ ਤੁਹਾਡੇ ਸਵਾਲ ਇਹਨਾਂ ਪ੍ਰਤੀ ਹੋਣਗੇ। ਤੁਸੀਂ ਇਹਨਾਂ ਨੂੰ ਵੋਟ ਕਿਉਂ ਪਾਓ ਤੇ ਇਹ ਤੁਹਾਡੇ ਵੋਟ ਦੇ ਹੱਕਦਾਰ ਕਿਉਂ ਨੇ, ਇਹ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੌਰਾਨ ਕੋਸ਼ਿਸ਼ ਕੀਤੀ ਜਾਏਗੀ ਇਹਨਾਂ ਦੇ ਨਾਲ ਕੀਤੀਆਂ ਜਾਣ। ਸਭ ਤੋਂ ਪਹਿਲਾਂ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜਿਨੀ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ, ਆਮ ਤੌਰ ਤੇ ਹੁੰਦਾ ਕਿ ਕੋਈ ਵਿਅਕਤੀ ਪਹਿਲੀ ਵਾਰੀ ਇਲੈਕਸ਼ਨ ਲੜ ਰਿਹਾ ਹੋਵੇ, ਉਹਦੇ ਵਾਸਤੇ ਸ਼ਾਇਦ ਇਹ ਤਜਰਬਾ ਨਵਾਂ ਹੁੰਦਾ। ਤੁਸੀਂ ਪਹਿਲਾਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਵੀ ਲੜੀਆਂ, ਫਿਰ ਤੁਸੀਂ ਐਮਐਲਏ ਦੀਆਂ ਚੋਣਾਂ ਵੀ ਲੜੀਆਂ, ਜਿੱਤ ਵੀ ਪ੍ਰਾਪਤ ਕੀਤੀ। ਇਸ ਵਾਰ ਪਿਛਲੀਆਂ ਚੋਣਾਂ ਦੇ ਨਾਲੋਂ ਕੀ ਵੱਖਰਾ ਲੱਗ ਰਿਹਾ ਜੀ? ਆ ਇਲੈਕਸ਼ਨ ਨਿਊ ਨੋਰਮਲ ਵਿੱਚ ਕਰ ਰਹੇ ਹਾਂ। ਜਿਸ ਤਰ੍ਹਾਂ ਅਸੀਂ ਬਹੁਤ ਕੁਝ ਆਪਣੀ ਲਾਈਫ ਦੇ ਵਿੱਚ ਬਦਲ ਦਿੱਤਾ ਕੋਵਿਡ-19 ਕਰਕੇ। ਅਸੀਂ ਜਦੋਂ ਸਾਡੇ ਘਰ ਵਿੱਚ ਕੋਈ ਪੂਰਾ ਵੀ ਹੁੰਦਾ ਆ, ਉਹਨੂੰ ਤਾਂ ਵੀ ਅੰਤਮ ਸੰਸਕਾਰ ਵੀ ਬਹੁਤ ਡਿਫਰੈਂਟ ਤਰੀਕੇ ਨਾਲ ਕਰੀਦਾ ਆ। ਜੇ ਕੋਈ ਬੱਚਾ ਵੀ ਨਵਾਂ ਆਉਂਦਾ ਆ, ਉਹ ਵੀ ਡਿਫਰੈਂਟ ਤਰੀਕੇ ਦੇ ਨਾਲ। ਤੇ ਜਿਹੜੀ ਅਸੀਂ ਕੰਮ ਤੇ ਜਾਈਦਾ ਆ, ਸਕੂਲ ਖੋਲ੍ਹੇ ਆ, ਉਹ ਵੀ ਡਿਫਰੈਂਟ ਤਰੀਕੇ ਦੇ ਨਾਲ ਇਨ ਦ ਨਿਊ ਨੋਰਮਲ। ਇਸ ਕਰਕੇ ਇਹ ਇਲੈਕਸ਼ਨ ਵੀ ਨਿਊ ਨੋਰਮਲ ਦੇ ਵਿੱਚ ਹੀ ਆ। ਅੰਡਰ ਦੀ ਜਿੱਦਾਂ ਨਜ਼ਰ ਦੇ ਵਿੱਚ ਡਾਕਟਰ ਬੋਨੀ ਹੈਨਰੀ, ਉਹਨਾਂ ਨੇ ਇਹ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਆ ਕਰਕੇ ਕੋਵਿਡ ਰਹਿਣਾ ਆ ਹੁਣ ਵੀ, ਤੇ ਜਿੱਦਾਂ ਮੈਨੂੰ ਲੱਗਦਾ ਆ ਸਪਰਿੰਗ ਵਿੱਚ ਵੀ ਤੇ ਗਾਂ ਫੋਲ ਤੱਕ ਵੀ ਹੋ ਸਕਦਾ ਆ। ਇਸ ਕਰਕੇ ਜਦੋਂ ਮਰਜ਼ੀ ਅਸੀਂ ਇਲੈਕਸ਼ਨ ਲੜਦੇ, ਇਹ ਇਲੈਕਸ਼ਨ ਕੋਵਿਡ-19 ਰੂਲਸ ਦੇ ਮੁਤਾਬਕ ਹੀ ਹੋਣਾ ਸੀਗਾ। ਤੇ ਇਲੈਕਸ਼ਨ ਇਹ ਹੈਗਾ ਵੀ ਅੱਗੇ ਡੋਰ ਨੌਕਿੰਗ ਬਹੁਤ ਕਰੀਦੀ ਸੀਗੀ। ਅਸੀਂ ਐਤਕੀ ਸਲਾਹ ਬਣਾ ਲਈ ਸੀਗੀ ਵੀ ਲੋਕਾਂ ਦੀ ਸੇਫਟੀ ਲਈ ਵੀ ਅਸੀਂ ਡੋਰ ਨੌਕਿੰਗ ਨਹੀਂ ਕਰਨੀ ਜੀ। ਫੋਨ ਤੇ ਗੱਲ ਕਰਦੇ ਆ, ਸੋਸ਼ਲ ਮੀਡੀਆ ਵਿੱਚ ਜਾਂਦੇ ਆ। ਤੇ ਪਰ ਅੱਗੇ ਆਫਿਸ ਵਿੱਚ ਇੰਨਾ ਰੌਣਕ ਮੇਲਾ ਹੁੰਦਾ ਸੀ, ਸਪੈਸ਼ਲੀ ਜਦੋਂ ਮੈਂ ਖੜੀ ਹੋਈ ਹਾਂ ਹਰੇਕ ਕੈਂਪੇਨ ਦੇ ਵਿੱਚ। ਐਤਕੀ ਵੋਲੰਟੀਅਰਸ ਵੀ ਮਹਿਸੂਸ ਕਰ ਰਹੇ ਆ, ਉਹ ਜਿਹੜੇ ਕਨੈਕਸ਼ਨਸ ਜਾਂ ਨਹੀਂ ਬਣ ਰਹੇ, ਡਿਫਰੈਂਟ ਤਰੀਕੇ ਨਾਲ ਬਣ ਰਹੇ ਆ, ਤੇ ਅਸੀਂ ਵੀ ਮਹਿਸੂਸ ਕਰੀਦਾ ਆ। ਪਰ ਇੱਕ ਗੱਲ ਜ਼ਰੂਰ ਹੈਗੀ ਆ, ਜਿਹੜਾ ਇੰਟਰੈਕਸ਼ਨ ਵੋਟਰਸ ਦੇ ਨਾਲ ਆ, ਉਹ ਅਸੀਂ ਹਾਲੇ ਵੀ ਲਗਾਤਾਰ ਕਰੀ ਜਾਈਦਾ ਆ, ਬੇਸ਼ੱਕ ਦੀ ਫੋਨ ਤੇ ਹੋਵੇ, ਬੇਸ਼ੱਕ ਦੀ ਇੰਡੀਵਿਜੂਅਲ ਮੀਟਿੰਗ ਕਰਕੇ, ਕਿਉਂਕਿ ਉਹ ਬਹੁਤ ਜ਼ਰੂਰਤ ਹੈਗਾ ਵੀ ਜਿਹੜੇ ਸਾਡੇ ਵੋਟਰ ਆ ਉਹਨਾਂ ਨੂੰ ਮੌਕਾ ਮਿਲੇ ਸਾਨੂੰ ਸਵਾਲ ਕਰਨ ਨੂੰ ਤੇ ਸਾਨੂੰ ਮੌਕਾ ਮਿਲੇ ਜਵਾਬ ਕਰਨ ਨੂੰ। ਜੀ। ਹੁਣ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਐਮਐਲਏ ਰਹੇ, ਲਗਭਗ 3 ਸਾਲ ਰਹੇ, ਹਾਂਜੀ, ਕੁਝ ਸਮਾਂ ਤੁਸੀਂ BC ਦੇ ਵਿੱਚ ਕੈਬਨਿਟ ਮਿਨਿਸਟਰ ਵੀ ਰਹੇ। ਹੁਣ ਬਹੁਤ ਸਾਰੇ ਸਵਾਲ ਤੇ ਉਸ ਵਕਤ ਵੀ ਸੀ। ਸਭ ਤੋਂ ਵੱਡਾ ਸਵਾਲ ਪਿਛਲੀ ਇਲੈਕਸ਼ਨ ਵੇਲੇ ਜਦੋਂ ਡੋਰ ਨੌਕਿੰਗ ਤੇ ਤੁਸੀਂ ਲੋਕਾਂ ਕੋਲ ਜਾਂਦੇ ਸੀ, ਲੋਕਾਂ ਦੀ ਸਭ ਤੋਂ ਵੱਡੀ ਡਿਮਾਂਡ, ਸਭ ਤੋਂ ਵੱਡੀ ਮੰਗ ਕੀ ਹੁੰਦੀ ਸੀ ਜੀ? ਨੰਬਰ 1 ਵਾਸ ਸਕੂਲਸ ਐਂਡ ਨੰਬਰ 2 ਵਾਸ ਅ ਹਸਪੀਟਲ। ਓਕੇ, ਯਾ, ਤੇ ਉਹ ਹੁਣ ਮੈਂ ਗੱਲ ਕਰੂੰਗੀ ਪਹਿਲਾਂ ਸਕੂਲਸ ਦੀ ਕਰਦੀ ਹਾਂ। ਜਦੋਂ ਅਸੀਂ ਚੋਣ ਕਰ ਰਹੇ ਸੀਗੇ, ਉਸ ਵਕਤ 7,500 ਬੱਚਾ ਤਕਰੀਬਨ ਅੰਡਰ 7.5 ਪੋਰਟੇਬਲਸ ਵਿੱਚ ਬੈਠੇ ਸੀ। ਅਸੀਂ ਪਿਛਲੇ ਜਿਹੜੇ ਆਖਰੀ 3 ਸਾਲ ਸੀਗੇ ਲਿਬਰਲ ਸਰਕਾਰ ਦੇ, 3 ਸਾਲਾਂ ਦੇ ਵਿੱਚ ਬੇਸ਼ੱਕ ਦੀ ਸਰੀ ਵਿੱਚ ਇੰਨਾ ਵਾਧਾ ਹੋ ਰਿਹਾ ਆ, ਉਹਨਾਂ ਨੇ ਇੱਕ ਸਕੂਲ ਬਣਾਇਆ। ਅਸੀਂ ਪਿਛਲੇ 3 ਸਾਲਾਂ ਦੇ ਵਿੱਚ 18 ਪ੍ਰੋਜੈਕਟ ਸਰੀ ਵਿੱਚ ਚੱਲ ਰਹੀਆਂ, ਜਾਂ ਪੂਰੀਆਂ ਹੋ ਗਈਆਂ ਜਾਂ ਇਨ ਪ੍ਰੋਸੈਸ ਹੈਗੀਆਂ ਆ, ਤੇ ਆਲਮੋਸਟ 9,000 ਨਿਊ ਸੀਟਸ ਬਣ ਗਈਆਂ ਆ ਜਾਂ ਬਣ ਰਹੀਆਂ ਆ। ਤੁਸੀਂ ਜਾਵੋ ਬੇਸ਼ੱਕ ਦੀ ਸਰੀ ਪੈਨੋਰਾਮਾ ਦੇ ਵਿੱਚ, ਆਲੇ ਦੁਆਲੇ ਵੀ ਦੇਖੋ ਸਕੂਲ ਬਣ ਰਹੇ ਆ। ਤੇ ਨਾਲ ਇਹ ਨਹੀਂ ਵੀ ਸਿਰਫ ਬਣ ਰਹੇ ਆ, ਅਸੀਂ ਗਾਂ ਜ਼ਮੀਨ ਵੀ ਲੈ ਲਈ ਆ। ਜਿੱਥੇ ਲਿਬਰਲਸ ਜ਼ਮੀਨ ਵੇਚ ਕੇ ਗਏ ਸੀ ਬਹੁਤ ਸਸਤੇ ਮੁੱਲ ਤੇ, ਅਸੀਂ ਜ਼ਮੀਨ ਲੈ ਵੀ ਰਹੀ ਆ, ਕਿਉਂਕਿ ਸਾਨੂੰ ਪਤਾ ਹਲੇ ਸਖਤ ਜ਼ਰੂਰਤ ਹੈਗੀ ਆ। ਕਿਉਂਕਿ ਸਰੀ ਦੇ ਵਿੱਚ ਇੰਨਾ ਇਨਫਰਾਸਟਰਕਚਰ ਡੈਫਿਸਿਟ ਸੀਗੀ, ਉਹ ਡੈਫਿਸਿਟ ਪੂਰੀ ਕਰਨ ਨੂੰ ਸਪੈਸ਼ਲੀ ਸਕੂਲਸ ਦੇ ਵਿੱਚ ਅਸੀਂ ਸਪੈਸ਼ਲ ਪ੍ਰੋਜੈਕਟ ਆਫਿਸ ਸਰੀ ਵਿੱਚ ਬਣਾਇਆ। ਉਹ ਜਿਹੜਾ ਸਕੂਲ ਬੋਰਡ ਤੇ ਸਿਟੀ ਨਾਲ ਕੰਮ ਕਰਕੇ ਅਸੀਂ 18 ਪ੍ਰੋਜੈਕਟ ਚਾਲੂ ਕਰ ਸਕੇ, ਤੇ ਕਈਆਂ ਉਹਨਾਂ ਦੀ ਰਿਬਨ ਕਟਿੰਗ ਵੀ ਹੋ ਹਟੀ ਆ। ਸੋ ਮੈਨੂੰ ਬਹੁਤ ਗਰਵ ਹੈਗਾ ਆ ਵੀ ਸਾਡੀ ਸਰਕਾਰ ਨੇ ਪਿਛਲੇ 3 ਸਾਲਾਂ ਦੇ ਵਿੱਚ ਸਿਰਫ ਸਰੀ ਦੇ ਵਿੱਚ 400 ਤੋਂ ਉੱਪਰ $1 ਮਿਲੀਅਨ ਸਕੂਲ ਕੰਸਟਰਕਸ਼ਨ ਤੇ ਸਕੂਲ ਐਕਸਪੈਂਸ਼ਨ ਵਿੱਚ ਲਾਇਆ। ਐਂਡ ਦੈਟ ਇਜ਼ ਇੰਨਾ ਅਸੀਂ ਦੇਖਿਆ ਨਹੀਂ ਪਹਿਲੇ 16 ਸਾਲ ਜਦੋਂ ਲਿਬਰਲ ਦੀ ਸਰਕਾਰ ਸੀ। ਅੱਛਾ, ਹੁਣ ਮੈਨੂੰ ਇਹ ਦੱਸੋ, ਦੂਸਰਾ ਤੁਸੀਂ ਦੱਸਦੇ ਸੀ ਕਿ ਵੱਡੀ ਮੰਗ ਹੁੰਦੀ ਸੀ, ਡਿਮਾਂਡ ਹੁੰਦੀ ਸੀ ਹਸਪੀਟਲ ਦੀ।
ਹਸਪੀਟਲ ਨੂੰ ਲੈ ਕੇ ਬਹੁਤ ਸਾਰੇ ਇਸ ਵਕਤ ਆਲੇ ਦੁਆਲੇ ਸਵਾਲ ਉੜੇ ਤੁਰੇ ਫਿਰ ਰਹੇ ਨੇ। ਕੁਝ ਤੁਹਾਡੀ ਵਿਰੋਧੀ ਪਾਰਟੀ ਵੱਲੋਂ ਆਖਿਆ ਜਾ ਰਿਹਾ ਹੈ ਕਿ ਨਾ ਜ਼ਮੀਨ ਨਾ ਫੰਡ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸਿਓ ਕਿ ਅਸੀਂ ਤਾਂ ਵੇਖ ਰਹੇ ਸੀ ਕਿ ਹੈਲਥ ਮਿਨਿਸਟਰ ਸਾਹਿਬ ਵੀ ਕਹਿ ਰਹੇ ਸੀ, ਪ੍ਰੀਮੀਅਰ ਵੀ ਆਖ ਰਹੇ ਸੀ, ਤੁਸੀਂ ਵੀ ਬੜੀ ਵਾਰੀ ਆਖਿਆ ਕਿ ਫੰਡਿੰਗ ਵੀ ਪਈ ਹੈ, ਜ਼ਮੀਨ ਵੀ ਪਈ ਹੈ ਤੇ ਉਹਦੇ ਪ੍ਰੋਜੈਕਟ ਦੇ ਉੱਤੇ ਕੰਮ ਆਲਰੇਡੀ ਚੱਲ ਰਿਹਾ ਹੈ। ਹੁਣ ਅਸਲੀਅਤ ਕੀ ਹੈ ਕਿ ਸੱਚਮੁੱਚ ਜ਼ਮੀਨ ਨਹੀਂ, ਕਿ ਸੱਚਮੁੱਚ ਉੱਥੇ ਫੰਡਿੰਗ ਨਹੀਂ, ਕੀ ਹੈ ਜੀ? ਜ਼ਮੀਨ ਹੈਗੀ ਆ ਜੀ। ਜ਼ਮੀਨ ਕਲੋਵਰਡੇਲ ਦੇ ਵਿੱਚ ਆ, ਜਿੱਥੇ ਕੁਆਂਟਲਨ ਯੂਨੀਵਰਸਿਟੀ ਆ। ਇਸ ਵਕਤ ਉਹ ਜ਼ਮੀਨ ਗਵਰਨਮੈਂਟ ਦੀ ਜ਼ਮੀਨ ਆ ਜੀ। ਗਵਰਨਮੈਂਟ ਦੀ ਜ਼ਮੀਨ ਜਾਂ ਐਜੂਕੇਸ਼ਨ ਜਾਂ ਹੈਲਥ ਕੇਅਰ ਅਸੀਂ ਜਿਹੜੀ ਚੀਜ਼ ਲਈ ਮਰਜ਼ੀ ਵਰਤ ਸਕਦੇ। ਸੋ ਉਹ ਜ਼ਮੀਨ ਹੈਗੀ ਆ। ਇੱਕ ਗਈ ਵੀ ਹਸਪਤਾਲ ਤੇ ਅਸੀਂ ਕੁਝ ਕੀਤਾ ਨਹੀਂ। ਜਦੋਂ ਲਿਬਰਲ ਇੱਥੇ ਰਹੇ 16 ਸਾਲ ਲਈ, ਸ਼ੁਰੂ ਤੋਂ ਜਦੋਂ ਗੋਰਡਨ ਕੈਂਪਬੈਲ ਵੀ ਪ੍ਰੀਮੀਅਰ ਸੀਗਾ, ਇਹਨਾਂ ਨੇ ਬਹੁਤ ਵਾਰੀ ਸਰੀ ਚੱਕ ਕੇ ਐਲਾਨ ਕੀਤਾ ਵੀ ਅਸੀਂ ਹਸਪਤਾਲ ਬਣਾਵਾਂਗੇ। ਬਿਲਕੁਲ। ਪਰ ਜਦੋਂ ਸਾਡੀ ਸਰਕਾਰ ਬਣੀ ਉਦੋਂ ਸਾਨੂੰ ਪਤਾ ਲੱਗਾ ਵੀ ਪਹਿਲਾਂ ਤਾਂ ਇਹਨਾਂ ਨੇ ਜ਼ਮੀਨ ਵੀ ਵੇਚ ਕੇ ਚੱਲ ਗਏ, ਜਿੱਥੇ ਹਸਪਤਾਲ ਬਣਨਾ ਸੀ ਉਹ ਵੀ ਸਸਤੇ ਮੁੱਲ ਤੇ। ਦੂਸਰੀ ਗੱਲ ਅਸੀਂ ਇਹ ਦੇਖੀ ਵੀ ਅੰਦਰ ਤਾਂ ਹਸਪਤਾਲ ਦਾ ਨਾਂ ਹੀ ਨਹੀਂ ਸੀ, ਨਾ ਤੋਂ ਨਿਸ਼ਾਨ ਹੀ ਨਹੀਂ ਸੀਗਾ ਮਿਨਿਸਟਰੀ ਦੇ ਵਿੱਚ। ਲੋਕਾਂ ਨੂੰ ਲਾਰੇ ਲਾਉਂਦੇ ਰਹੇ। ਉਹ ਤਾਂ ਏਡਰੀਅਨ ਡਿਕਸ ਨੇ ਸਪਸ਼ਟ ਕਹਿ ਕੇ ਗਿਆ ਸਾਡੀ ਕਮਿਊਨਿਟੀ ਵਿੱਚ, there was no name or mention ਵੀ ਸਰੀ ਵਿੱਚ ਸੈਕੰਡ ਹਸਪਤਾਲ ਦੀ ਕਨਸੈਪਟ ਪਲਾਨਿੰਗ ਹੋ ਹਟੀ ਹੈ। ਸੋ ਸਭ ਤੋਂ ਪਹਿਲਾਂ ਕਨਸੈਪਟ ਪਲਾਨਿੰਗ ਹੁੰਦੀ ਆ। ਕਨਸੈਪਟ ਪਲਾਨਿੰਗ ਹੁੰਦੀ ਆ ਵੀ ਇਹ ਜਿਹੜਾ ਨਵਾਂ ਹਸਪਤਾਲ ਹੈ ਕਿੰਨਾ ਵੱਡਾ ਹੋਣਾ ਚਾਹੀਦਾ, ਕੀ ਕੀ ਸਾਨੂੰ ਇਹ ਚੀਜ਼ਾਂ ਦੀ ਜ਼ਰੂਰਤ ਆ, ਕਿਸ ਤਰ੍ਹਾਂ ਦੀ ਸਪੈਸ਼ਲਿਟੀ ਦੀ ਲੋੜ ਆ, ਉਹ ਦੇਖ ਕੇ ਵੀ ਬਾਕੀ ਜੋ ਕੁਛ ਹੈਗਾ ਆਲੇ ਦੁਆਲੇ ਉਹ ਫਿਰ ਪ੍ਰੋਫੈਸ਼ਨਲ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲ ਨਾਲ ਵੀ ਉਹ ਫਰੇਜ਼ਰ ਹੈਲਥ ਕਰਦੀ ਆ। ਫਰੇਜ਼ਰ ਹੈਲਥ ਤੇ ਤੁਸੀਂ BC ਬਿਡ ਸਿਸਟਮ ਤੇ ਜਾਵੋ, ਉੱਥੇ ਲਿਖਿਆ ਆ ਵੀ ਕਨਸੈਪਟ ਪਲਾਨ ਹੁਣ ਕੰਪਲੀਟ ਹੋ ਗਿਆ। ਉਹ ਉਹਨਾਂ ਦੀ ਨਜ਼ਰ ਤੇ ਥੱਲੇ ਹੋਇਆ ਤੇ ਉੱਤੇ ਮਿਲੀਅਨਸ ਆਫ ਡਾਲਰਸ ਵੀ ਖਰਚੇ ਗਏ ਜੀ ਕਰਕੇ ਜਦੋਂ ਬਿਡ ਕਰਦੇ ਹੁੰਦੇ ਆ। ਫਿਰ ਜ਼ਮੀਨ ਗਵਰਨਮੈਂਟ ਦੇ ਹੱਥ ਵਿੱਚ ਆ। ਫਿਰ ਤੁਸੀਂ ਗੱਲ ਕੀਤੀ ਸੀਗੀ ਵੀ ਮੈਂ ਕਹਿੰਦੀ ਨਹੀਂ, ਜਦੋਂ ਜ਼ਮੀਨ ਹੈਗੀ ਆ ਹੁਣ ਕਨਸੈਪਟ ਪਲਾਨ ਪੂਰਾ ਹੋ ਗਿਆ ਤੇ ਹੁਣ ਬਿਜ਼ਨਸ ਪਲਾਨ ਬਣ ਰਿਹਾ ਆ। ਇਹ ਵੀ ਤੁਸੀਂ BC ਬਿਡ ਤੇ ਜਾ ਕੇ ਦੇਖ ਲਵੋ, ਫਰੇਜ਼ਰ ਹੈਲਥ ਨੇ ਆਰਕੀਟੈਕਟ ਹਾਇਰ ਕੀਤਾ ਸੀਗਾ ਪਿਛਲੇ ਦਸੰਬਰ ਦੇ ਵਿੱਚ। ਉਹਨਾਂ ਨੇ BC ਬਿਡ ਤੇ ਓਪਰਚੁਨਿਟੀਜ਼ ਪਾਈਆਂ ਸੀਗੀਆਂ, ਆਰਕੀਟੈਕਟ ਵੀ ਹਾਇਰ ਕਰ ਲਿਆ। ਮੇਰੀ ਵਰਡ ਲੈਣ ਦੀ ਲੋੜ ਨਹੀਂ, ਮੈਂ ਤੁਹਾਨੂੰ ਵੈਬਸਾਈਟ ਭੇਜ ਦਊਂਗੀ, ਉੱਥੇ ਜਾ ਕੇ ਤੁਸੀਂ ਦੇਖ ਲਓ। ਦੇਖੋ ਨਾ ਤਾਂ ਫਰੇਜ਼ਰ ਹੈਲਥ ਬੇਵਕੂਫੀਆ ਉਹ ਐਮੀ ਪੈਸੇ ਖਰਚੀ ਜਾਣ, ਨਾ ਜਿਹੜੇ ਆਰਕੀਟੈਕਟ ਬਹੁਤ ਨੋਨ ਆ ਉਹਨਾਂ ਨੇ ਲੈਣੀ ਆ ਪਲਾਨਿੰਗ ਦੀ, ਤਾਂ ਜਿਹੜੀ ਵੀ ਸਾਰੇ ਡਰਾਇੰਗਸ ਕਰਨ ਦੀ ਆ ਵੀ ਹਸਪਤਾਲ ਤਾਂ ਬਣਨਾ ਨਹੀਂ, ਅਸੀਂ ਡਰਾਇੰਗ ਬਣਾਈ ਚੱਲੀਏ। ਸੋ ਇਹ ਵੀ ਗੱਲ ਆਪਾਂ ਨੂੰ ਮੰਨਣੀ ਪੈਣੀ ਆ। ਉਹ ਕੰਮ ਵੀ ਹੋ ਰਿਹਾ ਆ। ਪ੍ਰੀਮੀਅਰ ਕਹਿ ਗਿਆ ਆ, ਮਿਨਿਸਟਰ ਕਹਿ ਗਿਆ, ਜਿਹੜੇ ਮਿਨਿਸਟਰ ਨੇ ਇੰਨਾ ਕੁਛ ਸਰੀ ਵਿੱਚ ਕੀਤਾ ਹੈਲਥ ਕੇਅਰ ਲਈ, ਉਹ ਇਹ ਵੀ ਕਹਿ ਗਿਆ ਆ ਵੀ ਇਹ ਬਿਜ਼ਨਸ ਪਲਾਨ ਇਜ਼ ਕਲੋਜ਼ ਟੂ ਕੰਪਲੀਸ਼ਨ। ਜਦੋਂ ਕੰਪਲੀਟ ਹੋ ਗਿਆ ਇਨ ਦ ਨੈਕਸਟ ਮੰਥ ਔਰ ਸੋ, ਫਿਰ ਇਹ ਸਿਸਟਮ ਚੱਲ ਜਾਂਦਾ ਹੈ ਕੰਟਰੈਕਟ ਤੇ ਵੀ ਕਿਹਨੂੰ ਕੰਟਰੈਕਟ ਮਿਲਣੀ ਹੈ। ਉਹ ਬਿਡ ਸਿਸਟਮ ਹੁੰਦੀ ਆ। ਜਦੋਂ ਬਿਡ ਸਿਸਟਮ ਪੂਰੀ ਹੋ ਜਾਵੇ, ਕੰਟਰੈਕਟ ਕਿਸੇ ਨੂੰ ਮਿਲ ਜਾਵੇ, ਦੈਨ ਸ਼ਵਲਸ ਇਨ ਦ ਗਰਾਊਂਡ। ਇਹ ਕੰਮ ਜਿਹੜਾ ਅਸੀਂ 3 ਸਾਲਾਂ ਵਿੱਚ ਕਰ ਦਿੱਤਾ, ਦੂਸਰੀ ਜਗ੍ਹਾ ਵਿੱਚ ਜਾ ਕੇ ਦੇਖੋ ਇੱਥੇ ਤੱਕ ਪਹੁੰਚਣ ਨੂੰ 5 ਤੋਂ 7 ਸਾਲ ਲੱਗ ਜਾਂਦੇ ਆ। ਨਹੀਂ ਤਾਂ ਆਮ ਤੌਰ ਤੇ ਇੱਕ ਛੋਟੀ ਜਿਹੀ ਗੱਲ ਹੈ ਜਿਹਨੀ ਮੈਂ ਇਹ ਦੇਖ ਰਿਹਾ, ਜੇ ਘਰ ਵੀ ਬਣਾਉਣਾ ਹੋਵੇ, ਇੱਕ ਲਾਟ ਖਰੀਦਣ ਤੋਂ ਪਹਿਲਾਂ ਨਕਸ਼ਾ ਤਿਆਰ ਕਰਵਾਉਣ ਤੋਂ ਲੈ ਕੇ ਸਾਰਾ ਕੁਝ ਕਾਫੀ ਲੰਬਾ ਹੁੰਦਾ। ਪਰ ਇਹ ਤੇ ਤੁਸੀਂ ਦੱਸ ਰਹੇ ਹੋ ਕਿ ਆਪਾਂ ਨੂੰ ਮੰਨਣਾ ਪਊਗਾ ਕਾਫੀ ਵੱਡਾ ਪ੍ਰੋਜੈਕਟ ਹੁੰਦਾ। 1.4 to $2 billion ਇਸ ਪ੍ਰੋਜੈਕਟ ਤੇ ਲੱਗਣਾ ਆ। ਅਸੀਂ ਐਲਾਨ ਕਰਕੇ ਗਏ ਆ, ਮੈਂ ਤਾਂ ਇਹ ਕੀਤਾ ਸੀਗਾ ਜਦੋਂ ਇੱਥੇ ਪ੍ਰੀਮੀਅਰ ਆਏ ਆ, ਵੀ ਉਹਦੇ ਵਿੱਚ ਸਟੇਟ ਆਫ ਦੀ ਆਰਟ ਕੈਂਸਰ ਯੂਨਿਟ ਹੋਊਗੀ, ਜਿਹਦੀ ਮੈਨੂੰ ਬਹੁਤ ਖੁਸ਼ੀ ਹੋਈ ਕਰਕੇ। ਉਹਦੀ ਬਹੁਤ ਕਮੀ ਹੈਗੀ ਆ ਸਾਊਥ ਫਰੇਜ਼ਰ ਦੇ ਵਿੱਚ, ਉਹ ਵੀ ਹੋਊਗੀ। ਉਹ ਇੰਨਾ ਕੁਛ ਐਲਾਨ ਕਰਕੇ ਤੇ ਹੁਣ ਜਦੋਂ ਪੈਸੇ ਦੀ ਗੱਲ ਆ ਜਾਂਦੀ ਹੈ ਵੀ ਪੈਸਾ ਹੈ ਨਹੀਂ। ਦੇਖੋ ਜਿਹੜੇ ਲਿਬਰਲਸ ਆ ਆਪੋਜੀਸ਼ਨ, ਉਹਨਾਂ ਨੇ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਹੀ ਹੈ, ਪਰ ਕਈ ਲੋਕ ਹੋਰ ਵੀ ਕਹਿਣ ਲੱਗ ਪਏ ਆ। ਅੱਛਾ, ਮੈਨੂੰ ਹੁਣ ਇਹ ਦੱਸੋ, ਮੈਂ ਤੁਹਾਨੂੰ ਦੱਸਦੀ ਵੀ ਪੈਸੇ ਕਿੱਥੇ ਆ। ਲੋਕਾਂ ਨੂੰ ਗੁੰਮਰਾਹ ਕਰਨਾ, ਇਹਦੇ ਤੋਂ ਪਹਿਲਾਂ ਕਿ ਆਪਾਂ ਪੈਸਿਆਂ ਵੱਲ ਨੂੰ, ਫੰਡਿੰਗ ਵੱਲ ਨੂੰ ਆਈਏ, ਇੱਕ ਮੈਨੂੰ ਹੋਰ ਦੱਸਿਓ। ਇਹ ਤਾਂ ਅਸੀਂ ਸਾਡੀ ਬੈਕ ਹੋਮ ਕੰਟਰੀ 'ਚ ਦੇਖਦੇ ਹੁੰਦੇ ਸੀ, ਇੱਕ ਵਿਰੋਧੀ ਪਾਰਟੀ ਦਾ ਕੰਮ ਸਿਰਫ ਇਲਜ਼ਾਮ ਲਾਉਣਾ ਹੀ ਹੈ ਕਿ ਇੱਥੇ ਇਸ ਤਰ੍ਹਾਂ ਦਾ ਕੁਛ ਲੈਣਾ ਦੇਣਾ ਨਹੀਂ, ਕੋਈ ਐਥਿਕਸ ਕੁਝ ਨਹੀਂ ਹੈਗੇ, ਕਿ ਜਿਹੜੀਆਂ ਚੀਜ਼ਾਂ ਮੌਜੂਦ ਨੇ ਟੇਬਲ ਤੇ ਪਈਆਂ ਨੇ ਉਹ ਵੀ ਲੋਕਾਂ ਨੂੰ ਤੁਸੀਂ ਝੂਠ ਬਣਾ ਦੱਸੀ ਜਾਣਾ ਹੈ। ਤੇ ਲੋਕ ਤੇ ਹੁਣ ਜਿਨ੍ਹਾਂ ਨੇ ਵੋਟ ਪਾਉਣੀ ਆ, ਹੋ ਸਕਦਾ ਉਹ ਇਸ ਬਣਾ ਦੇ ਉੱਤੇ ਆਪਣੀ ਵੋਟ ਪਾਉਣ ਦਾ ਫੈਸਲਾ ਕਰ ਲੈਣ ਕਿ ਪਹਿਲਾਂ ਲਿਬਰਲ ਪਾਰਟੀ ਝੂਠ ਬੋਲਦੀ ਰਹੀ, ਹੁਣ NDP 3 ਸਾਲ ਸਾਨੂੰ ਲਾਰੇ ਲਾਉਂਦੀ ਰਹੀ, ਦਰਅਸਲ ਹਸਪਤਾਲ ਬਣਿਆ ਹੀ ਨਹੀਂ। ਕਿ ਇਹਦੇ ਵਾਸਤੇ ਨੈਤਿਕਤਾ, ਕੋਈ ਕਦਰਾਂ ਕੀਮਤਾਂ ਕੁਛ ਨਹੀਂ ਜੀ? ਦੇਖੋ 16 ਸਾਲਾਂ ਦੇ ਵਿੱਚ
ਬਹੁਤ ਸਾਰੇ ਵਾਅਦੇ ਕੀਤੇ ਸੀ ਲਿਬਰਲ ਨੇ, ਉਹ 16 ਸਾਲਾਂ ਵਿੱਚ ਪੂਰੇ ਨਹੀਂ ਕਰ ਸਕੇ। ਤੇ ਜਿਹੜੀ ਸਰੀ ਸੀਗੀ, ਉਦੋਂ ਮੀਡੀਆ ਵੀ ਕਹਿੰਦਾ ਸੀ ਵੀ ਸਰੀ ਨੂੰ ਇਗਨੋਰ ਕੀਤਾ ਗਿਆ, ਇੱਥੇ ਇਨਵੈਸਟਮੈਂਟ ਨਹੀਂ ਆਉਂਦੀ। ਜਿਸ ਤਰ੍ਹਾਂ ਦੀ ਇਨਵੈਸਟਮੈਂਟ ਆਪਾਂ ਪਿਛਲੇ 3 ਸਾਲਾਂ ਦੇ ਵਿੱਚ ਦੇਖੀ ਆ, ਸਾਰਿਆਂ ਨੂੰ ਮੰਨਣਾ ਪੈਣਾ, ਬੇਸ਼ੱਕ ਦੀ ਚਾਈਲਡ ਕੇਅਰ ਆ, ਬੇਸ਼ੱਕ ਦੀ ਸਕੂਲਸ ਆ, ਹੈਲਥ ਕੇਅਰ ਆ। ਮੈਂ ਤੁਹਾਨੂੰ ਚਾਈਲਡ ਕੇਅਰ ਦੀ ਦੱਸਦੀ ਹਾਂ, $9 ਮਿਲੀਅਨ ਸਿਰਫ ਮੇਰੇ ਸਰੀ ਪੈਨੋਰਾਮਾ ਦੇ ਵਿੱਚ ਜਿਹੜੇ ਪੇਰੈਂਟਸ ਰਹਿੰਦੇ ਆ ਉਹਨਾਂ ਦਾ ਫਾਇਦਾ ਹੋਇਆ, ਕਿਉਂਕਿ ਸਬਸਿਡਾਈਜ਼ ਚਾਈਲਡ ਕੇਅਰ ਤੱਕ। ਆ ਜਦੋਂ ਗੱਲ ਆ ਜਾਂਦੀ ਵੀ ਕਿਉਂ ਫਲਾ ਰਹੇ ਆ, ਦੇਖੋ ਮੈਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਤੁਸੀਂ ਪਾਲਿਸੀ ਨੂੰ ਡਿਬੇਟ ਕਰੋ, ਪਰ ਜਦੋਂ ਤੁਸੀਂ ਗਲਤ ਗੱਲ ਕਹਿ ਕੇ ਲੋਕਾਂ ਨੂੰ ਗਮਰਾਹ ਕਰਦੇ ਆ, that is 100% wrong। ਮੈਂ ਜਦੋਂ ਟੀਚਰ ਸੀ, ਬੱਚਿਆਂ ਨੂੰ ਇਹ ਪੜ੍ਹਾਉਂਦੀ ਹੁੰਦੀ ਸੀਗੀ, ਤੁਸੀਂ ਸੱਚ ਨੂੰ ਝੂਠ ਨਾ ਕਹੋ। ਲਿਬਰਲ ਸਰਕਾਰ 'ਚ 16 ਸਾਲ ਰਹੇ ਆ, ਜਿਹੜੀ ਪ੍ਰੋਸੈਸ ਹਸਪਤਾਲ ਦੀ ਐਕਸਪੈਡਾਈਟ ਕੀਤੀ ਗਈ ਉਹੋ ਹੀ ਆ। ਇਹਨਾਂ ਨੂੰ ਪਤਾ ਆ ਵੀ ਪੈਸਾ ਕਿੱਥੇ ਪਿਆ ਆ, ਉਹ ਪਿਆ ਆ ਕੈਪੀਟਲ ਫੰਡਸ ਦੇ ਵਿੱਚ। ਕੈਪੀਟਲ ਫੰਡਸ ਦੇ ਵਿੱਚ ਪੈਸਾ ਪਿਆ ਆ, ਜਦੋਂ ਕੰਟਰੈਕਟ ਮਿਲ ਜਾਊਗੀ ਫਿਰ ਆਪਰੇਟਿੰਗ ਬਜਟ ਵਿੱਚ ਜਿੱਦਾਂ ਖਰਚ ਹੁੰਦਾ ਆ ਜਾਂਦਾ ਹੁੰਦਾ ਆ। ਪਰ ਇਹਨਾਂ ਨੂੰ ਪਤਾ ਵੀ ਹੈਗਾ ਆ $29 ਬਿਲੀਅਨ ਇਸ ਵਕਤ ਕੈਪੀਟਲ ਫੰਡਸ ਵਿੱਚ ਪਿਆ ਆ, ਜਿਹੜੇ ਸਕੂਲਾਂ ਲਈ, ਹਸਪਤਾਲਾਂ ਲਈ, ਬ੍ਰਿਜਸ ਲਈ, ਰੋਡਸ ਲਈ, ਇਨਫਰਾਸਟ੍ਰਕਚਰ ਲਈ ਆ, ਜਿਹੜਾ BC ਨੇ ਰੱਖਿਆ ਆ, ਜਿਹੜੇ ਅਸੀਂ ਅਨਾਉਂਸਮੈਂਟ ਵੀ ਕੀਤੇ ਆ ਤੇ ਗਾਂ ਵੀ ਕੰਮ ਕਰਨ ਵਾਲਾ ਆ। ਜੇ ਉਹ ਪੈਸਾ ਉੱਥੇ ਪਿਆ ਆ, ਉਹਨਾਂ ਨੂੰ ਪਤਾ ਆ। ਇਹ ਜਾਣ ਬੁੱਝ ਕੇ ਜਿਹੜੀ ਆਪਰੇਟਿੰਗ ਬਜਟ ਆ, ਉਹ ਲੋਕਾਂ ਦੇ ਮੂਹਰੇ ਰੱਖਦੇ ਆ ਵੀ ਸਾਨੂੰ ਟੋਲ ਕੇ ਦੇਵੋ, ਜਦੋਂ ਇਹਨਾਂ ਨੂੰ ਸਖਤ ਪਤਾ ਆ ਵੀ ਉਹ ਹੁੰਦਾ ਆ ਕੈਪੀਟਲ ਬਜਟ ਦੇ ਵਿੱਚ। ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਮੰਨਣਾ ਪੈਣਾ ਇਜ਼ ਰੋਂਗ। ਤੇ ਇੱਕ ਗੱਲ ਜਿਹੜੀ ਹੋਰ ਹੈਗੀ ਆ, ਟ੍ਰੈਜਰੀ ਬੋਰਡ ਨੇ ਅਪਰੂਵਲ ਦਿੱਤਾ ਕਨਸੈਪਟ ਪਲਾਨ ਦਾ, ਟ੍ਰੈਜਰੀ ਬੋਰਡ ਨੇ ਅਪਰੂਵਲ ਦਿੱਤਾ ਲੈਂਡ ਦਾ, ਟ੍ਰੈਜਰੀ ਬੋਰਡ ਨੇ ਅਪਰੂਵਲ ਦਿੱਤਾ ਬਿਜ਼ਨਸ ਪਲਾਨ ਦਾ, ਤੇ ਗਾਂ ਜਿਹੜੀ ਕੈਂਸਰ ਯੂਨਿਟ ਬਣਨੀ ਆ। ਸਾਡੀ ਫਾਈਨਾਂਸ ਮਿਨਿਸਟਰ, ਜਿਹੜੀ ਵਨ ਆਫ ਦ ਮੋਸਟ ਰਿਸਪੈਕਟਫੁਲ ਐਂਡ ਕ੍ਰੈਡੀਬਲ ਵੂਮਨ I have ever worked with, ਉਸਨੇ ਆਪਣੀ ਬਜਟ ਸਪੀਚ ਵਿੱਚ ਕਿਹਾ ਵੀ ਕਿਹੜੇ ਹਸਪਤਾਲਾਂ ਲਈ ਪੈਸਾ ਕੈਪੀਟਲ ਬਜਟ ਵਿੱਚ ਆ। ਉੱਥੇ ਸਰੀ ਨਿਊ ਹਸਪੀਟਲ ਦੀ ਵੀ ਉਸਨੇ ਕਿਹਾ ਸੀਗਾ। ਪ੍ਰੀਮੀਅਰ ਆ ਕੇ ਕਹਿ ਗਿਆ। ਅਸੀਂ ਜਦੋਂ ਜਗ੍ਹਾ ਤੇ ਜਾ ਕੇ ਵੀ ਉੱਥੇ ਵੀ ਆਪਣੇ ਮਿਊਜ਼ੀਅਮ ਦੇ ਵਿੱਚ ਵੀ ਅਨਾਉਂਸਮੈਂਟ ਉਦੋਂ ਕੀਤੀ ਸੀਗੀ। ਐਜੂਕੇਸ਼ਨ ਸਾਡਾ ਹੈਲਥ ਮਿਨਿਸਟਰ ਕਹਿ ਗਿਆ ਆ। ਅਸੀਂ ਸਾਰੇ MLA ਕਹਿ ਰਹੇ ਹਾਂ, ਪਰ ਥੋੜੇ ਕੁ ਲੋਕ ਹੈਗੇ ਆ ਜਿਹੜੇ ਲੋਕਾਂ ਨੂੰ ਗਮਰਾਹ ਕਰ ਰਹੇ ਆ। ਉਹ ਗਲਤ ਆ। ਸਾਨੂੰ ਇਦਾਂ ਦੀ ਪੋਲਿਟਿਕਸ ਇੱਥੇ ਨਹੀਂ ਚਾਹੀਦੀ। ਮੈਂ ਤਾਂ ਲੋਕਾਂ ਨੂੰ ਕਹੂੰਗੀ, ਤੁਸੀਂ ਸਾਡਾ ਰੈਕੋਰਡ ਦੇਖੋ ਵੀ ਅਸੀਂ 16 ਸਾਲ ਵਿੱਚ ਸਰੀ ਨੂੰ ਕੀ ਇਨਵੈਸਟਮੈਂਟ ਲਿਆਂਦੀ ਆ, ਤੇ ਫਿਰ ਦੇਖੋ 16 ਸਾਲ ਲਿਬਰਲ ਦੇ ਸਾਡੇ ਟੋਲਸ ਚੱਲ ਗਏ, MSP ਪ੍ਰੀਮੀਅਮਸ ਆ ਗੋਨ। CBC ਜਿਹੜਾ ਇੰਡੀਪੈਂਡੈਂਟ ਗਰੁੱਪ ਆ, ਲਿਬਰਲ ਲੀਨਿੰਗ, ਉਹਨਾਂ ਨੇ ਵੀ ਕਹਿ ਦਿੱਤਾ ਵੀ 80% ਵਾਅਦੇ ਪੂਰੇ ਹੋ ਗਏ ਆ, ਜਿਹੜੇ ਬਾਕੀ ਆ ਉਹ ਇਨ ਪ੍ਰੋਸੈਸ ਆ। ਇਦੋਂ ਵੱਡਾ ਤੁਹਾਨੂੰ ਕੌਣ ਜਿੱਦਾਂ ਬਈ A+ ਦੇ ਦਊਗਾ। ਤੇ ਜਿਸ ਤਰੀਕੇ ਨਾਲ ਅਸੀਂ ਇਕਨੋਮੀ ਮੈਨੇਜ ਕੀਤੀ, ਜਿਹੜੀ ਤੁਸੀਂ ਹੁਣ ਇਕਨੋਮੀ ਦੀ ਗੱਲ ਕਰਦੇ ਹੋ, ਆਮ ਤੌਰ ਤੇ ਇੱਕ ਇਹਨੂੰ ਪਰਸੈਪਸ਼ਨ ਕਹਿ ਲਓ, ਮਿਸਪਰਸੈਪਸ਼ਨ ਕਹਿ ਲਓ, ਕੁਝ ਵੀ ਕਹਿ ਲਓ, ਇਹ ਲੋਕਾਂ ਦੇ ਦਿਮਾਗ ਦੇ ਵਿੱਚ ਕਿ ਇੱਥੇ ਘਰ ਕਰਨ ਦੇ ਵਿੱਚ ਭਾਵੇਂ ਲਿਬਰਲਸ ਕਹਿ ਲਈਏ, ਭਾਵੇਂ ਕੋਈ ਹੋਰ ਕਹਿ ਲਈਏ, ਕੋਈ ਥਿੰਕ ਟੈਂਕ ਕਹਿ ਲਈਏ, ਕਿ ਜਦੋਂ NDP ਆਉਂਦੀ ਹੈ ਸਾਡੀ ਇਕਨੋਮੀ ਦਾ ਬੇੜਾ ਗਰਕ ਹੋ ਜਾਂਦਾ। ਪਹਿਲਾਂ ਮੈਨੂੰ ਇਹ ਦੱਸਿਓ, ਜਿਹੜੀ ਹੁਣ ਇਕਨੋਮੀ ਚੱਲ ਰਹੀ ਸੀ, ਇਹਦੀ ਗ੍ਰੇਡਿੰਗ ਕੀ ਸੀ? AAA। ਅੱਛਾ, ਇੱਕ ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਕੋਵਿਡ ਤੋਂ ਪਹਿਲਾਂ। ਟ੍ਰਿਪਲ ਰੇਟਿੰਗ ਤੁਹਾਨੂੰ ਐਵੇਂ ਨਹੀਂ ਮਿਲਦੀ। ਉਹ ਨਹੀਂ ਵੀ ਇੱਕ ਆਰਗੇਨਾਈਜੇਸ਼ਨ ਤੋਂ ਮਿਲੀ ਸੀ, ਦੋਨਾਂ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਤੋਂ ਮਿਲ ਗਈ ਸੀਗੀ। ਇੱਕ ਜਦੋਂ ਤੁਸੀਂ ਦੇਖਦੇ ਸੀਗੇ BC ਦਾ ਸਾਰੇ ਕੈਨੇਡਾ ਵਿੱਚੋਂ ਜ਼ਿਆਦਾ ਵਧੀਆ ਇਕਨੋਮੀ ਚੱਲ ਰਹੀ ਸੀ, ਬੈਲੈਂਸਡ ਬਜਟ ਸੀ। ਫॉर द ਫਰਸਟ ਟਾਈਮ ਆਪਰੇਟਿੰਗ ਬਜਟ ਵੀ ਬੈਲੈਂਸ ਕਰ ਦਿੱਤੀ। ਤੇ ਇੱਕ ਤੁਸੀਂ ਇਹ ਵੀ ਗੱਲ ਆਪਾਂ ਨੂੰ ਮੰਨਣੀ ਪੈਣੀ ਆ, ਜਿਹੜਾ ਕੰਮ ਸਾਡੀ ਸਰਕਾਰ ਨੇ ਕੀਤਾ ਉਹ ਬੈਲੈਂਸਡ ਕੀਤਾ। ਸਪੋਰਟ ਬਿਜ਼ਨਸ ਨੂੰ ਵੀ ਕੀਤੀ, ਨਵੀਂ ਇੰਡਸਟਰੀ ਵੀ ਅਟਰੈਕਟ ਕੀਤੀ, ਜਿਹੜੇ ਸਾਡੇ ਇੱਥੇ ਰਿਸੋਰਸਿਸ ਆ ਉਹਨਾਂ ਦੇ ਨਾਲ ਵੈਲਿਊ ਐਡਿਡ ਜੌਬਸ ਵੀ ਗਰੋ ਕਰ ਰਹੇ ਆ। ਤੇ ਬਾਕੀ ਸਾਰੇ ਸੂਬੇ ਦੇਖਦੇ ਸੀਗੇ ਵੀ ਜਦੋਂ ਉਹਨਾਂ ਦੇ ਨੰਬਰ ਥੱਲੇ ਨੂੰ ਜਾਂਦੇ ਸੀ ਇਕਨੋਮੀ ਵਿੱਚ, ਸਾਡੇ ਉੱਪਰ ਨੂੰ ਜਾਂਦੇ ਸੀਗੇ। ਹੁਣ ਕੋਵਿਡ ਕਰਕੇ ਸਾਨੂੰ ਵੀ ਮੁਸੀਬਤਾਂ ਸਹਿਣੀਆਂ ਪਈਆਂ ਜਿੱਦਾਂ ਬਾਕੀ ਸਾਰੇ ਕਰਦੇ ਆ, ਪਰ ਕਿਉਂਕਿ ਸਾਡੀ ਪਹਿਲਾਂ ਇਕਨੋਮੀ ਮਜ਼ਬੂਤ ਸੀਗੀ। ਜਦੋਂ ਤੁਸੀਂ ਹੁਣ ਦੇਖੋ BC ਦੀ ਇਕਨੋਮੀ, ਉਹਨੂੰ ਕੰਪੇਅਰ ਕਰੋ ਓਨਟਾਰੀਓ ਦੇ ਨਾਲ, ਕਵੈਕ ਦੇ ਨਾਲ, ਅਲਬਰਟਾ ਦੇ ਨਾਲ, ਮੈਨੀਟੋਬਾ ਦੇ ਨਾਲ, ਸਸਕੈਚੁਅਨ ਦੇ ਨਾਲ, ਕਿਸੇ ਵੀ ਸੂਬੇ ਦੇ ਨਾਲ, ਅਮਰੀਕਾ ਦੇ ਨਾਲ ਵੀ ਕੰਪੇਅਰ ਕਰ ਲਓ,
ਇਟ ਇਜ਼ ਸਟਰੋਂਗ। ਤੇ ਜਿਹੜੇ ਟੌਪ ਬੈਂਕਰਸ ਆ ਉਹ ਵੀ ਕਹਿੰਦੇ ਆ ਬੈਲੈਂਸਡ। ਇੱਕ ਜਿਹੜਾ ਬਹੁਤ ਵੀ ਮਾਰਟਿਨ ਬੰਦਾ ਸੀਗਾ, ਉਹ ਸੀਗਾ ਗੋਰਡਨ ਕੈਂਪਬੈਲ ਦਾ ਰਾਈਟ ਹੈਂਡ ਬੰਦਾ ਹੁੰਦਾ ਸੀ। ਉਹਨ ਲੇਖ ਲਿਖਿਆ ਹੁਣ ਵੀ ਜਿਸ ਤਰੀਕੇ ਦੇ ਨਾਲ NDP ਨੇ ਸਰਕਾਰ ਚਲਾਈ ਆ, ਤੇ ਹੁਣ ਜੋ ਖੁਸ਼ ਆ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿੱਦਾਂ ਵੀ ਹਲਕੇ ਜਿਹੇ ਇਲਜ਼ਾਮ ਦੂਸਰਾ ਪਾਸਾ ਲਾ ਰਿਹਾ ਆ, ਵੀ ਇਹ ਬਿਲਕੁਲ ਗਲਤ ਹੈ। ਅੱਛਾ, ਜਿਹੜੀ ਉਹਨਾਂ ਦੀ ਮੈਂ ਦੇਖ ਰਿਹਾ ਸੀ ਉਹ ਕਿਤਾਬ ਦੇ ਵਿੱਚ, ਮੈਨੂੰ ਇਹ ਦੱਸਿਓ, ਕਹਿੰਦੇ ਨੇ ਜਿਹੜਾ PST ਵਾਲਾ ਇੱਕ ਲੋਲੀਪੌਪ ਦਿੱਤਾ ਜਾ ਰਿਹਾ ਲੋਕਾਂ ਨੂੰ, ਲਿਬਰਲ ਪਾਰਟੀ ਕਹਿ ਰਹੀ ਹੈ ਕਿ ਅਸੀਂ ਸਾਲ ਵਾਸਤੇ PST, ਮੈਨੂੰ ਇਹ ਦੱਸਿਓ ਕਿ ਜੇ ਆਪਾਂ ਇਹ ਕਹਿ ਦਈਏ ਕਿ ਸਰਕਾਰ ਦੇ ਖਜ਼ਾਨੇ ਦੇ ਵਿੱਚ ਜੇਕਰ ਸਭ ਤੋਂ ਵੱਧ ਕਿਤੋਂ ਰੈਵਨਿਊ ਇਕੱਠਾ ਆਉਂਦਾ ਤੇ ਬਹੁਤ ਵੱਡਾ ਹਿੱਸਾ PST ਦੇ ਰੂਪ ਵਿੱਚ ਉਹਨਾਂ ਕੋਲ ਜਾਂਦਾ ਹੈ। ਹਾਂਜੀ। ਪਰ ਜੇ ਹੁਣ ਉਹੀ ਬੰਦ ਕਰ ਦਿੱਤਾ ਜਾਵੇ, ਇਹਦਾ ਮਤਲਬ ਐਜੂਕੇਸ਼ਨ ਜਾਂ ਆਪਾਂ ਮੈਡੀਕਲ ਫੀਲਡ ਦੀ ਗੱਲ ਕਰਦੇ ਹਾਂ, ਹੈਲਥ ਕੇਅਰ ਦੀ ਗੱਲ ਕਰਦੇ ਹਾਂ, ਕਿ ਉੱਥੇ ਕੱਟ ਲੱਗਣੇ ਯਕੀਨੀ ਹੋਣਗੇ ਜਾਂ ਨਹੀਂ? ਦੇਖੋ, ਆਪਾਂ ਨੂੰ ਪਤਾ ਤੁਸੀਂ ਉਹੀ ਪੈਸੇ ਖਰਚ ਸਕਦੇ ਆ ਜਿਹੜੇ ਸਰਕਾਰ ਕੋਲ ਆਉਂਦੇ ਆ। ਉੱਥੇ ਨੋਟ ਛਾਪਣ ਦੀ ਮਸ਼ੀਨ ਕੋਈ ਹੈ ਨਹੀਂ ਗੀ ਹੈਗੀ। ਇੱਕ ਜਿਹੜਾ PST ਆ, ਇਹ ਲੋਕਾਂ ਨੂੰ ਗੁੰਮਰਾਹ ਕਰਨ ਦਾ ਆ। ਇਹ ਮੈਂ ਨਹੀਂ ਕਹਿੰਦੀ, ਹਰੇਕ ਯੂਨੀਵਰਸਿਟੀ ਦੇ ਟੌਪ ਜਿਹੜੇ ਇਕਨੋਮਿਸਟ ਉਹਨਾਂ ਨੇ ਵੀ ਕਿਹਾ, ਲਿਬਰਲਸ ਨੇ ਵੀ ਕਿਹਾ ਆ, ਤੇ ਇਹਨਾਂ ਦੇ ਥਿੰਕ ਟੈਂਕਸ ਨੇ ਵੀ ਕਿਹਾ ਆ ਵੀ ਦਿਸ ਇਜ਼ ਫੂਲਿਸ਼। ਵੀ ਉਹ ਸੋਚ ਨਹੀਂ ਸਕਦੇ ਸੀਗੇ ਵੀ ਲਿਬਰਲ ਜਿਹੜੇ ਆਪਣੇ ਆਪ ਨੂੰ ਇਕਨੋਮਿਕ ਮੈਨੇਜਰ ਸਮਝਦੇ ਵੀ ਉਹ ਇੰਨੀ ਵੱਡੀ ਗਲਤੀ ਕਰ ਸਕਦੇ ਆ। ਮੈਂ ਤਾਂ ਕਹਿੰਦੀ ਜਦੋਂ ਵੀ ਮੈਂ ਲਿਬਰਲ ਦਾ ਰੈਕੋਰਡ ਦੇਖਿਆ, ਮੈਨੂੰ ਲੱਗਦਾ ਨਹੀਂ ਕਾਤੇ ਇਹਨਾਂ ਨੂੰ ਲੋਕ ਗੁੱਡ ਇਕਨੋਮਿਕ ਮੈਨੇਜਰਸ ਕਹਿੰਦੇ। ਮੈਂ ਤਾਂ ਕਹਿੰਦੇ ਦੇ ਬੈਡ ਇਕਨੋਮਿਕ ਮੈਨੇਜਰਸ। ਪਰ ਆ ਜਿਹੜੀ ਤੁਸੀਂ ਗੱਲ ਕੀਤੀ ਆ, ਦੇਖੋ ਸਾਡੇ ਖਾਣੇ ਤੇ ਹੁਣ ਨਹੀਂ PST ਲੱਗਦਾ, ਪਹਿਲੇ ਨਹੀਂ ਲੱਗਦੀ। ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿੱਥੇ ਨਹੀਂ ਲੱਗਦਾ। ਜਿਹੜੇ ਵੱਡੇ ਬਿਜ਼ਨਸਮੈਨ ਨੇ, ਅਸਲ ਦੇ ਵਿੱਚ ਜਦੋਂ ਕੋਈ ਚੀਜ਼ ਆਪਾਂ ਖਰੀਦਦੇ ਆ ਉਸ ਵਕਤ ਆਪਾਂ ਨੂੰ ਜ਼ਰੂਰਤ ਹੈ PST ਪੇ ਕਰਨ ਦੀ। ਪਰ ਮੈਂ ਤੁਹਾਨੂੰ ਗੱਲ ਦੱਸ ਦਿੰਨੀ ਆ, ਜਿਹੜੇ ਵੱਡੇ ਬਿਜ਼ਨਸਮੈਨ ਆ ਤੇ ਜਿਹੜੇ ਛੋਟੇ ਹੁਣ ਬਿਜ਼ਨਸਮੈਨ ਆ, ਮਿਡਲ ਬਿਜ਼ਨਸਮੈਨ ਆ, ਉਹਨਾਂ ਨੂੰ ਤੁਸੀਂ ਰੀਸਟਾਰਟ ਪਲਾਨ ਦੇ ਵਿੱਚ ਕਹਿ ਦਿੱਤਾ ਸੀਗਾ ਵੀ ਤੁਹਾਨੂੰ ਇੰਨੇ ਚਿਰ ਲਈ PST ਨਹੀਂ ਦੇਣੀ ਪੈਣੀ, ਇੰਨੇ ਚਿਰ ਲਈ। ਇਹਨਾਂ ਨੇ ਕਹਿ ਦਿੱਤਾ ਵੀ ਸਭ ਨੂੰ, ਉਹਦਾ ਫਾਇਦਾ ਕਿਹਨੂੰ ਹੋਣਾ ਆ? ਦੇਖੋ, ਜਿਹੜਾ ਬਿਜ਼ਨਸਮੈਨ ਸੀਗਾ ਟੌਪ ਨੌਚ, ਉਹਨੂੰ ਤਾਂ ਅੱਗੇ ਨਹੀਂ PST ਦੇਣੀ ਪੈਂਦੀ ਸੀ ਜਦੋਂ ਨਵੀਂ ਮਸ਼ੀਨਰੀ ਲੈਂਦਾ ਸੀ। ਹੁਣ ਉਹ ਆ ਵੀ ਜਿਹੜੇ ਉਹਦੇ ਐਕਸਪੈਂਸਿਵ ਖਰਚੇ ਆ, ਬਹੁਤ ਮਹਿੰਗੀਆਂ 3-3 ਲੱਖ ਦੀਆਂ ਕਾਰਾਂ ਆ ਜਾਂ ਲਕਸ਼ਰੀ ਬੋਟਸ ਆ, ਉੱਥੇ ਤਾਂ ਉਹਨਾਂ ਨੂੰ ਫਾਇਦਾ ਹੋਣਾ। ਜਿਹੜਾ ਆਮ ਵਰਕਿੰਗ ਕਲਾਸ ਇਨਸਾਨ ਆ, ਉਹਨੂੰ ਤਾਂ ਫਿਰ ਘਾਟਾ ਪੈਣਾ, ਕਰਕੇ ਜਿਹੜਾ ਘਾਟਾ PST ਦਾ ਵਿੱਚੋਂ ਨਿਕਲਣਾ ਪੈਣਾ ਆ, ਉਹ ਫਿਰ ਜਿਹੜੀਆਂ ਜ਼ਰੂਰਤਾਂ ਸਾਨੂੰ ਆ ਉਹਦੇ ਵਿੱਚੋਂ ਹੀ, ਉਸ ਖਾਤੇ ਵਿੱਚੋਂ ਨਿਕਲਣਗੇ। ਤੇ ਇਸ ਕਰਕੇ ਸਿਰਫ ਮੈਂ ਨਹੀਂ, ਵੱਡੇ ਇਕਨੋਮਿਸਟ ਨੇ ਕਿਹਾ ਆ, ਉਹਦੇ ਨਾਲ ਖੱਟਸ ਹੋਣਗੇ। ਅਸੀਂ ਖੱਟਸ ਅਫੋਰਡ ਨਹੀਂ ਕਰ ਸਕਦੇ। ਅਸੀਂ ਨਹੀਂ ਚਾਹੁੰਦੇ ਵੀ ਅਸੀਂ ਫਿਰ ਬੈਕਵਰਡ ਜਾਈਏ। ਅਸੀਂ ਬਹੁਤ ਵਧੀਆ ਕੰਮ ਕੀਤਾ, ਬੇਸ਼ੱਕ ਦੀ ਸੀਨੀਅਰਸ ਤੇ ਹੋਵੇ, ਬੱਚਿਆਂ ਤੇ ਹੋਵੇ, ਐਜੂਕੇਸ਼ਨ ਤੇ ਹੋਵੇ, ਹੈਲਥ ਕੇਅਰ ਤੇ ਹੋਵੇ, ਇਨਫਰਾਸਟ੍ਰਕਚਰ ਤੇ ਹੋਵੇ। ਅਸੀਂ ਚਾਹੁੰਦੇ ਹਾਂ ਲੈਟਸ ਕੀਪ ਮੂਵਿੰਗ ਫੋਰਵਰਡ। ਮੈਂ ਕਹਿੰਦੀ ਹੁੰਦੀ ਹਾਂ we've done lots but we have lots more to do। ਅੱਛਾ, ਮੈਨੂੰ ਹੁਣ ਇਹ ਦੱਸਿਓ, ਤੁਸੀਂ ਦੱਸ ਰਹੇ ਹੋ ਕਿ ਤੁਸੀਂ ਬਹੁਤ ਕੁਝ ਕਰ ਲਿਆ ਪਿਛਲੇ ਲਗਭਗ 3 ਸਾਲਾਂ 'ਚ, ਕੀ ਲੋਕਾਂ ਨੂੰ ਤੁਸੀਂ ਦੱਸ ਨਹੀਂ ਸਕੇ? ਕਾਰਨ ਕੀ ਰਹੇ ਕਿ ਅੱਜ ਮੈਨੂੰ ਤਾਂ ਇਹ ਲੱਗਦਾ ਕਿ ਜੇਕਰ ਤੁਸੀਂ ਜਿੰਨੇ ਤੁਸੀਂ ਕੰਮ ਦੱਸ ਦਿਓ ਕਿ ਕੀਤੇ ਹੈ, ਲੋਕਾਂ ਨੂੰ ਤਾਂ ਆਪਣੇ ਆਪ ਉੱਠ ਕੇ ਖੜ ਜਾਣਾ ਚਾਹੀਦਾ ਸੀ ਕਿ ਜੋ 16 ਸਾਲ 'ਚ ਨਹੀਂ ਹੋ ਸਕਿਆ ਉਹ 3 ਸਾਲਾਂ 'ਚ ਉਹਦੇ ਤੋਂ ਵੱਧ ਹੋ ਗਿਆ। ਵੋਟ ਜੇ ਪਾਉਣੀ ਹੈ ਸਿਰਫ NDP ਨੂੰ ਪਾਉਣੀ ਹੈ, ਕੀ ਕਾਰਨ ਹੈ? ਮੈਂ ਫੋਨ ਕਰਦੀ ਹਾਂ ਲੋਕਾਂ ਨੂੰ। ਅੱਛਾ ਜੀ। ਕਾਫੀ ਟਾਈਮ ਫੋਨ ਤੇ ਹੁਣ ਲੱਗਾ ਵੀ ਜਿਹਨਾਂ ਨੂੰ ਮੈਂ ਜਾਣਦੀ ਨਹੀਂ, ਉਹ ਲੋਕ ਖੁਸ਼ ਆ। ਅੱਛਾ, ਉਹ ਇਹ ਗੱਲ ਕਹਿੰਦੇ ਆ ਵੀ NDP ਨੇ ਬਹੁਤ ਕੀਤਾ। ਉਹ ਟੋਲਸ ਤੇ ਵੀ ਖੁਸ਼ ਆ। MSP the biggest tax break since World War I ਵੀ ਇੱਥੇ ਮਿਲਿਆ, ਰਾਈਟ, World War II ਸੌਰੀ, ਉਹ ਵੀ ਆ ਗਿਆ। ਸਾਨੂੰ ਪਰਿਵਾਰ ਦੱਸਦੇ ਆ ਵੀ ਜਿਹੜੀ ਚਾਈਲਡ ਕੇਅਰ ਦੀ ਐਕਸਪੈਂਸ ਉਹ ਸੇਵਿੰਗਸ ਹੁੰਦੀ ਆ, ਵੀ ਉਹਦੇ ਨਾਲ ਕਿੰਨਾ ਫਰਕ ਪਿਆ ਉਹਨਾਂ ਦੀ ਲਾਈਫ ਦੇ ਵਿੱਚ। ਇੱਕ ਜਿਨ੍ਹਾਂ ਦੀ ਮਿਨੀਮਮ ਵੇਜ ਵੱਧ ਗਈ, ਉਹਨਾਂ ਨੂੰ ਪੁੱਛੋ ਵੀ ਉਹਨਾਂ ਦੇ ਉੱਪਰ ਕੀ ਅਸਰ ਪਿਆ ਆ। ਜਿਹੜੇ ਲੌਂਗ ਟਰਮ ਖੈਰ ਦੇ ਵਿੱਚ ਬੈਠੇ ਆ, ਜਿਨ੍ਹਾਂ ਦੀ ਤਨਖਾਹ ਅੱਗੇ ਛੋਟੀ ਜਿਹੀ ਸੀਗੀ, ਟੌਪ ਅਪ ਕਰ ਦਿੱਤੀ ਪੈਂਡੈਮਿਕ ਦੇ ਵਿੱਚ, ਹੁਣ ਸਾਡੀ ਕਮਿਟਮੈਂਟ ਹੈਗੀ ਵੀ ਉੱਥੇ ਹੀ ਰਹੂਗੀ। ਤੇ ਜਿਹੜਾ ਅਸੀਂ ਐਲਾਨ ਕੀਤਾ ਆ ਵੀ ਜਿਹੜੇ ਇੰਪਰੂਵਮੈਂਟ ਸੀਨੀਅਰ ਖੈਰ ਲਈ ਵਿੱਚ ਅਸੀਂ ਗਾਂ ਕਰਾਂਗੇ, ਤੁਸੀਂ ਉਹ ਵੀ ਕਰਕੇ ਦੇਖੋ। ਲੋਕ ਬਹੁਤ ਖੁਸ਼ ਆ। ਪਰ ਦੇਖੋ, ਜਿਹੜਾ ਸਾਡੀ ਆਪਣੇ ਕਮਿਊਨਿਟੀ ਦੇ ਵਿੱਚ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਆ, ਮੈਂ ਨਹੀਂ ਕਹਿੰਦੀ ਇਹ ਮਾਹੌਲ ਪਹਿਲਾਂ ਸੀਗਾ 2 ਹਫ਼ਤੇ, ਜਿਹੜਾ ਮਾਹੌਲ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿੱਦਾਂ ਹਵਾ ਉਡਾਉਣ ਦੀ ਕੋਸ਼ਿਸ਼ ਕਰ ਰਹੇ ਆ, ਮੈਨੂੰ ਫਿਰ ਵੀ ਭਰੋਸਾ 100% ਹੈਗਾ ਆ। ਜਿਹੜੀ ਗੱਲ ਮੈਂ ਆਪਣੇ ਡੈਡੀ ਕੋਲੋਂ ਸਿੱਖੀ ਸੀ, ਉਹ ਇਸ ਦੁਨੀਆ ਵਿੱਚ ਹੈ ਨਹੀਂ, ਪਰ ਉਹ ਕਹਿੰਦੇ ਹੁੰਦੇ ਸੀ, ਪੁੱਤ ਜਿਹੜਾ ਵੋਟਰ ਹੁੰਦਾ ਆ ਉਹ ਸਮਝਦਾਰ ਹੋ ਗਿਆ ਤੇ ਟਰਸਟ ਦ ਵੋਟਰ। ਸੋ ਇਸ ਕਰਕੇ ਮੈਨੂੰ ਪੂਰਾ ਭਰੋਸਾ ਹੈਗਾ ਆ, ਜਦੋਂ ਵੋਟ ਪਾਉਣ ਦਾ ਟਾਈਮ ਆਊਗਾ, ਜਿਹੜਾ ਵੋਟਰ ਹੈਗਾ ਆ ਉਹ ਰਿਫਲੈਕਟ ਕਰੂਗਾ
ਵੀ ਜਿਹੜੇ ਸਾਡੀ ਜ਼ਮੀਨ ਵੀ ਵੇਚ ਕੇ ਚਲ ਗਏ, ਜਿਨ੍ਹਾਂ ਨੇ ਸਾਨੂੰ ਵਾਅਦੇ ਕੀਤੇ ਕਦੀ ਸ਼ੁਰੂ ਵੀ ਨਹੀਂ ਕੀਤੇ, ਤੇ ਆ ਜਿਹੜੀ ਸਰਕਾਰ ਬਣੀ ਸੀ ਵੀ 80% ਵਾਅਦੇ ਪੂਰੇ ਵੀ ਕਰ ਦਿੱਤੇ, ਜਿਹੜੇ ਉਹਨਾਂ ਨੂੰ ਘਰ ਘਰ ਉਹਨਾਂ ਦੇ ਇਨਕਮ ਤੇ ਅਸਰ ਪਿਆ ਆ, ਤੇ ਹਾਲੇ ਹੋਰ ਬਹੁਤ ਕੰਮ ਕਰਨ ਵਾਲਾ ਆ। ਉਹ ਜ਼ਰੂਰ ਸਾਨੂੰ ਫਿਰ ਇੱਕ ਵਾਰੀ ਮੌਕਾ ਦੇਣਗੇ, ਮੈਜੋਰਿਟੀ ਸਰਕਾਰ ਜਾਵੇ, ਤੇ ਸਾਨੂੰ ਸਟੈਬਿਲਿਟੀ ਚਾਹੀਦੀ ਆ ਆਉਂਦੇ 4 ਸਾਲਾਂ ਲਈ, ਕਿਉਂਕਿ ਅਸੀਂ ਫਿਰ ਸਾਰੀ ਕਮਿਊਨਿਟੀ ਲਈ, ਇਹ ਨਹੀਂ ਸਿਰਫ ਵਰਕਿੰਗ ਕਲਾਸ ਪੀਪਲ ਲਈ, ਮਿਡਲ ਕਲਾਸ ਜਿਹੜੇ ਆਪਣੇ ਬਿਜ਼ਨਸ ਕਮਿਊਨਿਟੀ ਆ, ਜਦੋਂ ਤੁਸੀਂ ਸਰਕਾਰ ਚਲਾਉਣੀ ਆ ਤੁਹਾਨੂੰ ਸਾਰਿਆਂ ਨੂੰ ਬਰਾਬਰ ਲੈ ਕੇ ਜਾਣਾ ਚਾਹੀਦਾ ਹੈ। ਜਿਹੜੀ ਲਿਬਰਲ ਦੀ ਫਿਲਾਸਫੀ ਸੀਗੀ ਉਹ ਸੀਗੀ ਟੌਪ 2% ਨੂੰ ਬਚਾ ਲਓ, ਤੇ ਹੁਣ ਤੁਸੀਂ ਦੇਖੋ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀ ਸੀਨੀਅਰਸ ਕਹਿਦਾ, ਉਹਦੇ ਵਿੱਚ ਗੱਲ ਆਈ ਆ ਟੈਕਸ ਕ੍ਰੈਡਿਟ ਦੀ, ਵੀ ਅਸੀਂ ਟੈਕਸ ਕ੍ਰੈਡਿਟ ਇੰਨੇ ਪੈਸਿਆਂ ਦੀ ਦੇਵਾਂਗੇ। ਜਿਹੜਾ ਆਮ ਇਨਸਾਨ ਆ, ਬੇਸ਼ੱਕ ਦੀ ਮੇਰੇ ਵਰਗਾ ਜਦੋਂ ਪੈਨਸ਼ਨ ਤੇ ਚੱਲ ਗਿਆ, ਮੈਨੂੰ ਉਸ ਟੈਕਸ ਕ੍ਰੈਡਿਟ ਦਾ ਕੀ ਫਾਇਦਾ ਹੋਣਾ, ਕਿਉਂਕਿ ਮੇਰੀ ਤਾਂ ਪੈਨਸ਼ਨ ਓਨੀ ਹੋਣੀ ਆ ਜਿੰਨੀ ਸੀਨੀਅਰ ਹੋਮ 'ਚ ਲੱਗ ਜਾਣੀ ਆ। ਸੋ ਟੈਕਸ ਕ੍ਰੈਡਿਟ ਤਾਂ ਉਹਨੂੰ ਫਿਰ ਫਾਇਦਾ ਹੋਣਾ ਆ ਜਿਹੜਾ ਬਹੁਤ ਹੀ ਅਮੀਰ ਬੰਦਾ ਹੋਊਗਾ। ਇੱਕ ਵਾਰੀ ਫਿਰ ਇਹਨਾਂ ਨੇ ਆਪਣੇ ਅਸਲੀ ਰੰਗ ਦਿਖਾਲ ਦਿੱਤੇ ਆ ਵੀ ਅਸੀਂ ਸਿਰਫ ਟੌਪ 2% ਤਾਂ ਹੀ ਸੋਚ ਸਕਦੇ ਆ, ਬਾਕੀ ਤਾਂ ਅਸੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਪੈਸ਼ਲਿਟੀ ਬਣਾ ਲਈ ਹੈ। ਜਿਨੀ ਹੁਣ ਇਹ ਦੱਸੋ, ਮੈਂ ਵੇਖ ਰਿਹਾ ਕਿ ਟਾਈਮ ਲਗਭਗ ਆਪਣੇ ਪ੍ਰੋਗਰਾਮ ਦਾ ਆਖਰੀ ਪਲਾਂ ਵੱਲ ਵਧ ਰਿਹਾ। ਜਿਹੜੇ ਦਰਸ਼ਕ ਇਸ ਵਕਤ ਸਾਂਝਾ ਟੀਵੀ ਦੇ ਰਾਹੀਂ ਤੁਹਾਨੂੰ ਵੇਖ, ਤੁਹਾਨੂੰ ਸੁਣ ਰਹੇ ਨੇ, ਉਹ ਤੁਹਾਨੂੰ ਵੋਟ ਪਾਉਣ, ਕਿਉਂ ਤੁਸੀਂ ਉਹਨਾਂ ਦੀ ਵੋਟ ਤੇ ਆਪਣਾ ਹੱਕ ਸਮਝਦੇ ਹੋ? ਥੈਂਕ ਯੂ ਜੀ। ਤੇ ਪਹਿਲਾਂ ਤਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ, ਕਿਉਂਕਿ ਤੁਸੀਂ ਮੈਨੂੰ ਮੌਕਾ ਦਿੱਤਾ ਪਿਛਲੇ 3 ਸਾਲਾਂ ਲਈ ਤੁਹਾਨੂੰ ਰੈਪਰੈਜ਼ੈਂਟ ਕਰਨ ਨੂੰ, ਤੇ ਮੈਨੂੰ ਗਰਵ ਹੈਗਾ ਆ ਵੀ ਸਾਡੀ ਸਰਕਾਰ ਨੇ BC ਦੇ ਵਿੱਚ ਬਹੁਤ ਕੁਛ ਕੀਤਾ। ਇੱਕ ਸਾਰੇ ਬੇਸ਼ੱਕ ਦੀ ਲਿਬਰਲ ਕੰਜ਼ਰਵੇਟਿਵ NDP ਵਾਲੇ ਜਿਹਨੂੰ ਮੈਨੂੰ ਮਿਲਦੇ ਆ, ਉਹ ਕਹਿੰਦੇ ਬਹੁਤ ਹੀ ਬੈਲੈਂਸ ਤਰੀਕੇ ਨਾਲ ਕੰਮ ਕੀਤਾ ਆ। ਪਰ ਸਵਾਲ ਇਹ ਹੈਗਾ ਵੀ ਤੁਸੀਂ ਜਿਨੀ ਸਿਮਸ ਨੂੰ ਕਿਉਂ ਵੋਟ ਪਾਵੋ? ਇੱਕ ਜਿਹੜੀ ਮੇਰੀ ਆਵਾਜ਼ ਆ ਕਦੀ ਚੁੱਪ ਨਹੀਂ ਹੁੰਦੀ, ਮੈਂ ਆਪਣੀ ਆਵਾਜ਼ ਉਠਾਉਣੀ ਆ, ਸਾਡੇ ਸਰੀ ਵਾਸਤੇ ਵੀ, ਸਰੀ ਪਾਨਾਰਾਮਾ ਵਾਸਤੇ ਵੀ, ਪਰ ਸਾਰੇ ਸੂਬੇ ਲਈ ਵੀ ਜਿਹੜੇ ਸੁਧਾਰ ਲੈ ਕੇ ਆਉਣੇ ਚਾਹੀਦੇ ਆ। ਤੇ ਜਦੋਂ ਮੈਂ ਦੇਖਦੀ ਹਾਂ ਵੀ ਜੋ ਕੁਛ ਅਸੀਂ ਕੀਤਾ ਆ, ਤੇ ਨਾਲੇ ਜਿਸ ਤਰੀਕੇ ਦੇ ਨਾਲ ਮੇਰੇ ਆਫਿਸ ਨੇ, ਅਸੀਂ ਸਾਰਿਆਂ ਨੇ ਜਿਹੜਾ ਵੀ ਉੱਥੇ ਆਇਆ ਉਹਦਾ ਸਵਾਗਤ ਹੋਇਆ, ਬੇਸ਼ੱਕ ਦੀ ਉਹ ਹੋਰ ਇਲਾਕੇ ਵਿੱਚੋਂ ਵੀ ਆਇਆ ਆ, ਤੇ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਹੈਲਪ ਕੀਤੀ ਆ। ਇਹ ਨਹੀਂ ਪੁੱਛਿਆ ਵੀ ਤੁਸੀਂ ਕਿਹਨੂੰ ਵੋਟ ਪਾਈ ਸੀ, ਅਸੀਂ ਤੁਹਾਡੀ ਨਹੀਂ ਹੈਲਪ ਕਰਨੀ। ਇੱਕ ਦੇਖੋ, ਮੈਂ ਖੜੀ ਹੋਈ ਸੀਗੀ ਵੀ ਅਸੀਂ ਦਿਖਾਈਏ ਵੀ ਅਸੀਂ ਕੈਨੇਡਾ ਵਿੱਚ ਰਹਿ ਕੇ ਕੈਨੇਡੀਅਨ ਸਟਾਈਲ ਪੋਲਿਟਿਕਸ ਕਰ ਸਕਦੇ ਹਾਂ, ਤੇ ਇੱਕ ਮਿਸਾਲ ਬਣੀਏ ਆਪਣੇ ਬੱਚੇ ਤੇ ਬੱਚੀਆਂ ਲਈ ਵੀ ਅਸੀਂ ਸਾਫ਼ ਸੁਥਰਾ ਇਲੈਕਸ਼ਨ ਰਨ ਸਕਦੇ ਹਾਂ। ਉਹ ਮੈਨੂੰ ਭਰੋਸਾ ਹੈਗਾ ਵੀ ਤੁਹਾਨੂੰ ਪਤਾ ਮੈਂ ਕਰੂੰਗੀ। ਮੇਰੇ ਤੇ ਜਿਹੜੇ ਇਲਜ਼ਾਮ ਲਾਏ ਗਏ ਸੀਗੇ ਉਹ ਪੂਰੇ ਤਰ੍ਹਾਂ 100% ਕਲੀਅਰੈਂਸ ਮਿਲੀ ਆ। ਪੁਲਿਸ ਦੀ ਰਿਪੋਰਟ ਦੇ ਵਿੱਚ ਇਹ ਲਿਖਿਆ ਗਿਆ every one of them was baseless। ਸੋ ਮੇਰੀ ਇਮਾਨਦਾਰੀ, ਮੇਰੀ ਮਿਹਨਤ, ਮੇਰੀ ਆਵਾਜ਼, ਤੇ ਜੋ ਕੰਮ ਅਸੀਂ ਸਰੀ ਵਿੱਚ ਕੀਤੇ ਆ, ਸਪੈਸ਼ਲੀ ਜੋ ਸਰੀ ਪਾਨਾਰਾਮਾ ਦੇ ਵਿੱਚ ਆਇਆ ਆ ਤੇ ਸਾਡੇ ਸਰੀ ਦੇ ਵਿੱਚ ਹੈਲਥ ਕੇਅਰ ਦੇ ਵਿੱਚ ਆਇਆ ਆ, ਉਹਦਾ ਮੈਨੂੰ ਬਹੁਤ ਮਾਣ ਹੈਗਾ ਆ। ਤੇ ਹੁਣ ਜਿਹੜੀ ਸਾਊਥ ਏਸ਼ੀਅਨ ਸਪੈਸੀਫਿਕ ਸੀਨੀਅਰ ਕੇਅਰ ਸੈਂਟਰ ਵੀ ਬਣ ਜਾਣਾ ਆ ਆਪਣਾ ਕਲੋਵਰਡੇਲ ਦੇ ਵਿੱਚ, ਉਹਦਾ ਵੀ ਬਹੁਤ ਵੱਡਾ ਗਰਵ ਹੈਗਾ ਆ। ਥੈਂਕ ਯੂ। ਇਹ ਮੈਂ ਤੁਹਾਡੇ ਉੱਤੇ ਪੂਰੀ ਆਸ ਰੱਖਦੀ ਹਾਂ, ਮੈਨੂੰ ਤੁਸੀਂ ਇੱਕ ਵਾਰੀ ਫੇਰ ਵਾਪਸ ਭੇਜੂਗੇ ਉੱਥੇ ਵਿਕਟੋਰੀਆ ਦੇ ਵਿੱਚ, ਕਿਉਂਕਿ ਬਹੁਤ ਸਾਰੇ ਕੰਮ ਹੋ ਗਏ ਆ, ਪਰ ਹਾਲੇ ਕੰਮ ਕਰਨ ਵਾਲੇ ਹੈਗੇ ਆ, ਤੇ ਨਵੇਂ ਕੰਮ ਕਰਨ ਵਾਲੇ ਵੀ ਹੈਗੇ ਆ ਜੀ। ਸੋ ਇਸ ਕਰਕੇ ਮੈਂ ਕਹੂੰਗੀ ਆਪਣੀ ਵੋਟ ਸੋਚ ਸਮਝ ਕੇ ਪਾਵੋ, ਆਪਣੀ ਵੋਟ ਕਿਸੇ ਦੇ ਹੱਥ ਨਾ ਦੇਵੋ। ਇਸ ਵੋਟ ਨੂੰ ਬਹੁਤ ਕੀਮਤੀ ਸਮਝੋ। ਇਸ ਵੋਟ ਨੂੰ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਆ, ਤੇ ਇਸ ਕਰਕੇ ਇਹ ਜਦੋਂ ਵੋਟ ਪਾਉਣੀ ਆ ਸੋਚ ਸਮਝ ਕੇ, ਤੇ ਜੋ ਸਾਡੇ ਸਮਾਜ ਲਈ ਸਹੀ ਆ ਉਹ ਉਸ ਤਰੀਕੇ ਨਾਲ ਪਾਵੋ। ਸੋ ਜਿਨੀ ਸਾਡੀਆਂ ਬੈਸਟ ਵਿਸ਼ੇਸ਼ ਤੁਹਾਡੇ ਨਾਲ ਨੇ। ਇਲੈਕਸ਼ਨ ਡੇ ਹਲੇ ਕਾਫੀ ਦੂਰ ਹੈ, ਉਹਦੇ ਤੋਂ ਪਹਿਲਾਂ ਕੋਸ਼ਿਸ਼ ਕਰਾਂਗੇ ਕਿ ਬਹੁਤ ਸਾਰੇ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਵਨ ਬਾਈ ਵਨ ਗੱਲ ਹੋਣੀ ਚਾਹੀਦੀ। ਆਪਾਂ ਫਿਰ ਗੱਲਬਾਤ ਕਰਦੇ ਰਹਾਂਗੇ। ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਦੋਸਤੋ, ਇਹ ਸਨ ਸਰੀ ਪੈਨੋਰਾਮਾ ਹਲਕੇ ਤੋਂ NDP ਪਾਰਟੀ ਦੀ ਉਮੀਦਵਾਰ ਜਿਨੀ ਸਿਮਸ, ਜਿਹੜੇ ਇੱਕ ਵਾਰ ਫਿਰ ਤੋਂ ਤੁਹਾਡੀ ਕਚਹਿਰੀ ਵਿੱਚ ਨੇ ਕਿ ਇਹਨਾਂ ਨੂੰ ਇੱਕ ਵਾਰ ਫਿਰ ਤੋਂ ਵੋਟ ਦਿੱਤੀ ਜਾਵੇ। ਕਿਉਂ ਦਿੱਤੀ ਜਾਵੇ, ਕਿਉਂ ਤੁਹਾਡੀ ਵੋਟ ਤੇ ਹੱਕ ਜਿਨੀ ਸਿਮਸ ਆਪਣਾ ਸਮਝਦੇ ਆ, ਉਹ ਗੱਲਾਂ ਬਾਤਾਂ ਇਹਨਾਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸੋ ਵੋਟ ਪਾਉਣ ਤੋਂ ਪਹਿਲਾਂ ਜ਼ਰੂਰ ਸੋਚਿਓ ਕਿ ਤੁਹਾਡਾ ਕੌਣ ਹੈ, ਤੁਹਾਡੇ ਵਾਸਤੇ ਕੌਣ ਲੜ ਰਿਹਾ ਹੈ, ਜਾਂ ਤੁਹਾਡੇ ਵਾਸਤੇ ਲੜਨ ਵਾਲਾ, ਲੜਨਯੋਗ ਉਮੀਦਵਾਰ ਕੌਣ ਹੈ। ਸੋ ਉਮੀਦ ਕਰ ਰਿਹਾ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਤੁਹਾਡੀ ਕੋਈ ਵੀ ਕੀਮਤੀ ਰਾਏ ਹੋਈ ਸਾਡੇ ਤੱਕ ਜ਼ਰੂਰ ਪੁੱਜਦੀ ਕਰਿਓ। ਹੁਣ ਚੱਲਦੇ ਹਾਂ। ਜਾਣ ਤੋਂ ਪਹਿਲਾਂ ਕਹਾਂਗੇ
ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ।